ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਜੀ ਦੇ ਸੋਹਣੇ ਤੇ ਪਵਿੱਤਰ ਨਾਮ ਦੇ ਵਿੱਚ ਸਾਰੇ ਹੀ ਪ੍ਰਭੂ ਦੇ ਦਾਸ ਦਾਸੀਆਂ ਨੂੰ ਤੇ ਸਾਰੇ ਵਿਸ਼ਵਾਸੀ ਭੈਣ ਭਰਾਵਾਂ ਨੂੰ ਔਰ ਸਾਰਿਆਂ ਭੈਣਾਂ ਨੂੰ ਭਰਾਵਾਂ ਨੂੰ ਜੋ ਮੈਨੂੰ ਇਸ ਵਕਤ ਦੇਖਦੇ ਨੇ ਉਹਨਾਂ ਸਾਰਿਆਂ ਨੂੰ ਜੈ ਮਸੀਹ ਦੀ। ਆਓ ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਪਰਮੇਸ਼ਰ ਦਾ ਪਵਿੱਤਰ ਵਚਨ ਲੂਕਾ ਦੀ ਅੰਜੀਲ ਉਸਦਾ 18 ਬਾਬ और उसकी 35 आयत तो असीं पढ़ांगे। ਇਹ ਹੋਇਆ कि जाओ यरूशलेम ਦੇ ਨੇੜੇ अपड़िया ਤਾਂ ਇੱਕ ਅੰਨਾ ਸੜਕ ਦੇ ਕੰਢੇ ਬੈਠਾ ਭੀਖ ਮੰਗਦਾ ਸੀ ਅਤੇ ਉਹਨੇ ਭੀੜ ਲੰਘਦੀ ਸੁਣ ਕੇ ਪੁੱਛਿਆ, ਭਾਈ ਇਹ ਕੀ ਹੈ? ਲੋਕਾਂ ਨੇ ਉਹਨੂੰ ਖਬਰ ਦਿੱਤੀ, ਜੋ ਯਿਸੂ ਨਾਸਰੀ ਲੰਘ ਰਿਹਾ ਹੈ। ਤਦ ਉਹਨੇ ਪੁਕਾਰ ਕੇ ਆਖਿਆ, ਹੇ ਯਿਸੂ ਦਾਊਦ ਦੇ ਪੁੱਤਰ, ਮੇਰੇ ਤੇ ਦਇਆ ਕਰ। ਜਿਹੜੇ ਅੱਗੇ ਅੱਗੇ ਜਾਂਦੇ ਸਨ ਉਹਨਾਂ ਉਸ ਨੂੰ ਝਿੜਕਿਆ, ਭਾਈ ਚੁੱਪ ਕਰ। ਪਰ ਉਹ ਸਗੋਂ ਹੋਰ ਵੀ ਉੱਚੀ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ। ਤਦ ਯਿਸੂ ਨੇ ਖਲੋ ਕੇ ਉਹਨੂੰ ਆਪਣੇ ਕੋਲ ਲਿਆਉਣ ਦਾ ਹੁਕਮ ਕੀਤਾ ਅਤੇ ਜਾਂ ਉਹ ਨੇੜੇ ਆਇਆ ਤਾਂ ਉਹਨੂੰ ਪੁੱਛਿਆ, ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ? ਉਹਨੇ ਕਿਹਾ, ਪ੍ਰਭੂ ਜੀ, ਮੈਂ ਸਜਾਖਾ ਹੋ ਜਾਵਾਂ। ਤਾਂ ਯਿਸੂ ਨੇ ਉਹਨੂੰ ਕਿਹਾ, ਸਜਾਖਾ ਹੋ ਜਾ, ਤੇਰੀ ਨੇਚਾ ਨੇ ਤੈਨੂੰ ਬਚਾਇਆ। ਅਤੇ ਉਵੇਂ ਉਹ ਸਜਾਖਾ ਹੋ ਗਿਆ ਅਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਮਗਰ ਤੁਰ ਪਿਆ। ਔਰ ਸਭਨਾਂ ਲੋਕਾਂ ਨੇ ਵੇਖ ਕੇ ਪਰਮੇਸ਼ਰ ਦੀ ਉਸਤਤ ਕੀਤੀ। ਪਰਮੇਸ਼ਰ ਦੇ ਪੜ੍ਹੇ ਗਏ ਪਾਕ ਕਲਾਮ ਉੱਤੇ ਪਰਮੇਸ਼ਰ ਦੀ ਆਸ਼ੀਸ਼ ਹੋਵੇ, ਆਮੀਨ। ਸੋ ਪ੍ਰਭੂ ਦੇ ਪਿਆਰਿਓ, ਅੱਜ ਦਾ ਵਚਨ ਜੋ ਅਸੀਂ ਪੜ੍ਹਿਆ ਹੈ, ਪ੍ਰਭੂ ਯਿਸੂ ਮਸੀਹ ਜੀ ਜਦ ਪ੍ਰਚਾਰ ਕਰ ਰਹੇ ਸੀਗੇ ਤਾਂ ਇੱਕ ਦਿਨ ਪ੍ਰਭੂ ਯਿਸੂ ਮਸੀਹ ਜਰੀਹੋ ਦੇ ਵਿੱਚੋਂ ਦੀ ਲੰਘ ਕੇ ਜਾ ਰਹੇ ਹਨ। ਔਰ ਇਸ ਜਗ੍ਹਾ ਤੇ ਅਸੀਂ ਪੜ੍ਹਿਆ ਹੈ, ਜਰੀਹੋ ਸ਼ਹਿਰ ਦੀ ਸੜਕ ਦੇ ਕੰਢੇ ਤੇ ਇੱਕ ਅੰਨਾ ਵਿਅਕਤੀ ਬੈਠਾ ਭੀਖ ਮੰਗਦਾ ਹੈ। ਔਰ ਪ੍ਰਭੂ ਯਿਸੂ ਮਸੀਹ ਜੀ ਜਰੀਹੋ ਸ਼ਹਿਰ ਦੇ ਵਿੱਚੋਂ ਦੀ ਉਸੇ ਰਸਤੇ ਥਾਣੀ ਲੰਘ ਰਹੇ ਹਨ ਜਿਸ ਰਸਤੇ ਤੇ ਇੱਕ ਅੰਨਾ ਵਿਅਕਤੀ ਬੈਠ ਕੇ ਭੀਖ ਮੰਗਦਾ ਹੈ। ਅਸੀਂ ਖੁਦਾਵੰਦ ਦੇ ਪਾਕ ਕਲਾਮ ਦੇ ਵਿੱਚੋਂ ਜਦ ਇਸ ਜਰੀਹੋ ਸ਼ਹਿਰ ਦੇ ਬਾਰੇ ਵਿੱਚ ਪੜ੍ਹਦੇ ਹਾਂ, ਇਹ ਜਰੀਹੋ ਉਹੀ ਸ਼ਹਿਰ ਹੈ ਜਿਸ ਸ਼ਹਿਰ ਦੇ ਵਿਖੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਦ ਇਸਰਾਏਲੀ ਲੋਕ ਮਿਸਰ ਦੇਸ਼ ਦੀ ਗੁਲਾਮੀ ਚੋਂ ਨਿਕਲੇ ਮੂਸਾ ਦੀ ਅਗਵਾਈ ਵਿੱਚ, ਔਰ ਜਦੋਂ ਯਹੋਸ਼ੂਆ ਦੀ ਅਗਵਾਈ ਵਿੱਚ ਕਨਾਨ ਦੇਸ਼ ਵਿੱਚ ਜਾਣ ਵਾਲੇ ਸੀਗੇ ਤਾਂ ਜਰੀਹੋ ਉਹਨਾਂ ਦੇ ਸਾਹਮਣੇ ਇੱਕ ਵੱਡੀ ਦੀਵਾਰ ਬਣ ਕੇ ਖਲੋ ਗਿਆ। ਔਰ ਪਰਮੇਸ਼ਰ ਦੇ ਬੰਦੇ ਯਹੋਸ਼ੂਆ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ ਔਰ ਪਰਮੇਸ਼ਰ ਦੇ ਵਚਨ ਦੇ ਅਨੁਸਾਰ 7 ਦਿਨ ਇੱਕ ਇੱਕ ਚੱਕਰ ਲਗਾ ਕੇ 7ਵੇਂ ਦਿਨ 7ਵਾਂ ਚੱਕਰ ਲਗਾਇਆ ਜਦ, ਔਰ 7ਵੇਂ ਦਿਨ 7ਵੇਂ ਚੱਕਰ ਦੇ ਵਿੱਚ ਇਹਨਾਂ ਨੇ ਜਦ ਨਾਰਾ ਲਗਾਇਆ ਤਾਂ ਜਰੀਹੋ ਸ਼ਹਿਰ ਜਿਹੜਾ ਹੈ ਉਹਦੀ ਪੂਰੀ ਧੂੜ ਕੋਟ ਸਣੇ ਕੀ ਹੋਇਆ, ਢਹਿ ਗਿਆ। ਉਹ ਦੀਵਾਰਾਂ ਸਮੇਤ ਢੱਟ ਗਿਆ। ਔਰ ਉੱਥੇ ਯਹੋਸ਼ੂਆ ਨੇ ਕਿਹਾ ਸੀਗਾ ਕਿ ਇਸ ਤੋਂ ਬਾਅਦ ਜਿਹੜਾ ਫਿਰ ਜਰੀਹੋ ਨੂੰ ਬਣਾਏਗਾ ਉਹ ਆਪਣੇ ਵੱਡੇ ਪੁੱਤਰ ਉੱਤੇ ਇਹਦੀ ਨੀਂਹ ਰੱਖੇਗਾ ਤੇ ਛੋਟੇ ਉੱਤੇ ਇਹਦਾ ਫਾਟਕ ਲਾਵੇਗਾ। ਕੋਈ 500 ਸਾਲ ਦੇ ਬਾਅਦ ਹੀਲ ਬਤੇਲੀ ਨਾਮ ਦਾ ਇੱਕ ਮਨੁੱਖ ਉੱਠਿਆ ਔਰ ਉਹਨੇ ਕੀ ਕੀਤਾ ਸੀਗਾ, ਉਹਨੇ ਜਰੀਹੋ ਨੂੰ ਫਿਰ ਦੁਬਾਰਾ ਬਣਾਇਆ ਸੀਗਾ। ਔਰ ਜਦੋਂ ਉਹਨੇ ਜਰੀਹੋ ਦੀ ਨੀਂਹ ਰੱਖੀ ਸੀ, ਉਹਦਾ ਵੱਡਾ ਪੁੱਤਰ ਮਰ ਗਿਆ। ਔਰ ਜਦੋਂ ਉਹਨੇ ਉਹਦਾ ਫਾਟਕ ਲਾਇਆ, ਉਹਦਾ ਛੋਟਾ ਪੁੱਤਰ ਵੀ ਮਰ ਗਿਆ। ਇਹ ਜਰੀਹੋ ਕਿਸ ਨੂੰ ਦਰਸਾਉਂਦਾ ਹੈ? ਜਰੀਹੋ ਜਦੋਂ ਅਸੀਂ ਖੁਦਾਵੰਦ ਦੇ ਪਾਕ ਕਲਾਮ ਵਿੱਚ ਦੇਖਦੇ ਹਾਂ, ਜਰੀਹੋ ਜਿਹੜਾ ਹੈ ਕਨਾਨ ਦੇਸ਼ ਵਿੱਚ ਜਾਣ ਦੇ ਵੇਲੇ ਇਸਰਾਏਲੀਆਂ ਦੇ ਅੱਗੇ ਜੋ ਇੱਕ ਦੀਵਾਰ ਬਣਿਆ,
ਜ਼ਰੀਹੋ ਇੱਕ ਪਾਪ ਨੂੰ ਦਰਸਾਉਂਦਾ ਹੈ ਔਰ ਪਾਪ ਦੇ ਕਾਰਨ ਸਰਾਪ ਹੈ। ਔਰ ਪ੍ਰਭੂ ਦੇ ਪਿਆਰਿਓ, ਇਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਜ਼ਰੀਹੋ ਸ਼ਹਿਰ ਦੇ ਵਿੱਚ ਇੱਕ ਅੰਨਾ ਵਿਅਕਤੀ ਜਿਹੜਾ ਹੈ ਉਹ ਭੀਖ ਮੰਗਦਾ ਸੀਗਾ ਔਰ ਯੀਸ਼ੂ ਮਸੀਹ ਜ਼ਰੀਹੋ ਦੇ ਵਿੱਚ ਆਏ ਨੇ। ਕੌਣ ਹੈ ਯੀਸ਼ੂ ਮਸੀਹ? ਅੱਜ ਅਸੀਂ ਖੁਦਾਵੰਦ ਦੇ ਪਾਕ ਕਲਾਮ ਵਿੱਚ ਦੇਖਾਂਗੇ ਜੋ ਜ਼ਰੀਹੋ ਦੇ ਵਿੱਚ ਆਇਆ ਹੈ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਮਨੁੱਖ ਦਾ ਪੁੱਤਰ ਗਵਾਚਿਆ ਹੋਇਆ ਨੂੰ ਭਾਲਣ ਅਤੇ ਬਚਾਉਣ ਦੇ ਲਈ ਆਇਆ ਹੈ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਮਨੁੱਖ ਦਾ ਪੁੱਤਰ ਪਾਪੀਆਂ ਨੂੰ ਧਰਮੀ ਠਹਿਰਾਉਣ ਦੇ ਲਈ ਆਇਆ ਹੈ। ਯੀਸ਼ੂ ਪਾਪੀਆਂ ਨੂੰ ਬੁਲਾਉਣ ਦੇ ਲਈ ਆਇਆ ਹੈ। ਯੀਸ਼ੂ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ ਹੈ। ਉਹ ਪਾਪੀਆਂ ਨੂੰ ਸ਼ਰਾਪ ਵਿੱਚ ਪਾਉਣ ਦੇ ਲਈ ਨਹੀਂ ਜਾਂ ਸਜ਼ਾ ਦੇਣ ਦੇ ਲਈ ਨਹੀਂ, ਸਗੋਂ ਜਿਹੜੇ ਪਾਪ ਦੇ ਕਾਰਨ ਸ਼ਰਾਪ ਦੇ ਥੱਲੇ ਨੇ ਉਹਨਾਂ ਨੂੰ ਛਡਾਉਣ ਦੇ ਲਈ, ਜਿਹੜੇ ਪਾਪ ਦੇ ਕਾਰਨ ਨਾਸ਼ ਹੋ ਰਹੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਆਇਆ ਹੈ। ਔਰ ਇਸ ਜਗ੍ਹਾ ਤੇ ਅਸੀਂ ਦੇਖਦੇ ਪ੍ਰਭੂ ਯੀਸ਼ੂ ਮਸੀਹ ਜ਼ਰੀਹੋ ਸ਼ਹਿਰ ਦੇ ਵਿੱਚੋਂ ਦੀ ਲੰਘ ਰਿਹਾ ਹੈ ਔਰ ਜਦ ਇਸ ਅੰਨੇ ਵਿਅਕਤੀ ਨੇ ਇੱਕ ਵੱਡੀ ਭੀੜ ਦੀ ਆਵਾਜ਼ ਸੁਣੀ ਤਾਂ ਲੋਕਾਂ ਤਾਈਂ ਪੁੱਛਣ ਲੱਗਾ ਭਾਈ ਕੀ ਹੋ ਰਿਹਾ ਹੈ, ਇੰਨਾ ਰੌਲਾ ਕਾਤੇ ਪੈਂਦਾ ਹੈ? ਤਾਂ ਲੋਕਾਂ ਨੇ ਉਸ ਨੂੰ ਦੱਸਿਆ ਹੈ ਭਾਈ ਯੀਸ਼ੂ ਮਸੀਹ ਇਸ ਤੋਂ ਕੀ ਹੋ ਰਹੇ ਨੇ, ਲੰਘ ਰਹੇ ਹਨ। ਜਦ ਉਸ ਨੂੰ ਪਤਾ ਲੱਗਾ ਹੈ ਕਿ ਯੀਸ਼ੂ ਨਾਸਰੀ ਜੀ ਇਸ ਜਗ੍ਹਾ ਤੋਂ ਲੰਘ ਰਹੇ ਹਨ ਤੇ ਉੱਚੀ ਉੱਚੀ ਪੁਕਾਰ ਕੇ ਆਖਣ ਲੱਗਾ, ਹੇ ਦਾਊਦ ਦੇ ਪੁੱਤਰ ਯੀਸ਼ੂ ਮੇਰੇ ਉੱਤੇ ਦਇਆ ਕਰ। ਕਈ ਝਿੜਕਣ ਵਾਲਿਆਂ ਨੇ ਉਸ ਨੂੰ ਝਿੜਕਿਆ ਹੈ ਪਰ ਉਹ ਝਿੜਕਣ ਵਾਲਿਆਂ ਦੀ ਝਿੜਕ ਸੁਣ ਕੇ ਵੀ ਚੁੱਪ ਨਹੀਂ ਰਿਹਾ, ਸਗੋਂ ਹੋਰ ਉੱਚੀ ਪੁਕਾਰ ਕੇ ਆਖਣ ਲੱਗਾ, ਹੇ ਦਾਊਦ ਦੇ ਪੁੱਤਰ ਯੀਸ਼ੂ ਮੇਰੇ ਉੱਤੇ ਦਇਆ ਕਰ। ਉਹ ਜਾਣਦਾ ਹੈ ਯੀਸ਼ੂ ਯਰੂਸ਼ਲਮ ਤੋਂ ਆਇਆ ਹੈ, ਉਹ ਯਰੂਸ਼ਲਮ ਨੂੰ ਜਾ ਰਿਹਾ ਹੈ, ਉਹ ਦਾਊਦ ਦਾ ਪੁੱਤਰ ਹੈ। ਪ੍ਰਭੂ ਦੇ ਪਿਆਰੇ, ਇਸ ਦਾ ਆਤਮਿਕ ਅਰਥ ਕੀ ਹੈ? ਪ੍ਰਭੂ ਯੀਸ਼ੂ ਮਸੀਹ ਸਵਰਗ ਤੋਂ ਆਇਆ ਔਰ ਸਵਰਗ ਨੂੰ ਜਾ ਰਿਹਾ ਹੈ। ਯੀਸ਼ੂ ਮਸੀਹ ਅਤ ਮਹਾਨ ਪਰਮੇਸ਼ਵਰ ਦਾ ਪੁੱਤਰ ਹੈ। ਉਹ ਸਰੀਰ ਦੇ ਰੂਪ ਵਿੱਚ ਇੱਕ ਪੁੱਤਰ ਦੇ ਰੂਪ ਵਿੱਚ ਇਸ ਲਈ ਆਇਆ ਤਾਂ ਕਿ ਆਦਮ ਜਿਹੜਾ ਪੁੱਤਰ ਹੋਣ ਦਾ ਅਧਿਕਾਰ, ਜਿਹੜਾ ਹੱਕ ਗਵਾ ਚੁੱਕਿਆ ਹੈ, ਉਸ ਹੱਕ ਨੂੰ ਫਿਰ ਤੋਂ ਦਿਵਾਉਣ ਦੇ ਲਈ ਆਇਆ ਹੈ। ਉਸਨੇ ਯੀਸ਼ੂ ਨੂੰ ਜਾਣ ਲਿਆ, ਯੀਸ਼ੂ ਨੂੰ ਪਹਿਚਾਨ ਲਿਆ। ਉਸਨੇ ਉੱਤੇ ਲਿਖਿਆ ਹੈ ਜਿਹੜੇ ਅੱਗੇ ਅੱਗੇ ਜਾਂਦੇ ਸੀ ਉਹਨਾਂ ਉਸਨੇ ਝਿੜਕਿਆ। ਉਹ ਝਿੜਕਣ ਵਾਲਿਆਂ ਦੀ ਝਿੜਕ ਸੁਣ ਕੇ ਚੁੱਪ ਨਹੀਂ ਹੋਇਆ, ਸਗੋਂ ਹੋਰ ਉੱਚੀ ਪੁਕਾਰ ਕੇ ਆਖਣ ਲੱਗੇ, ਹੇ ਪ੍ਰਭੂ ਯੀਸ਼ੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ। ਹੋਰ ਉੱਚੀ ਆਵਾਜ਼ ਨਾਲ ਪੁਕਾਰਿਆ। ਝਿੜਕਣ ਵਾਲਿਆਂ ਦੀ ਝਿੜਕ ਸੁਣ ਕੇ ਚੁੱਪ ਨਹੀਂ ਹੋਇਆ, ਉੱਚੀ ਆਵਾਜ਼ ਨਾਲ ਪੁਕਾਰਿਆ, ਕਿਉਂਕਿ ਉਹ ਵਿਅਕਤੀ ਅੱਖਾਂ ਤੋਂ ਬੇਸ਼ੱਕ ਅੰਨਾ ਹੈ ਪਰ ਅਕਲ ਦਾ ਅੰਨਾ ਨਹੀਂ। ਉਸਨੇ ਜਾਣ ਲਿਆ ਕਿ ਯੀਸ਼ੂ ਮਸੀਹ ਨਾਸਰੀ ਹੀ ਹੈ ਜੋ ਮੇਰੀ ਹਨੇਰੀ ਜ਼ਿੰਦਗੀ ਨੂੰ ਰੋਸ਼ਨਾ ਸਕਦਾ ਹੈ, ਜੋ ਅੰਧਕਾਰ ਦੇ ਵਿੱਚੋਂ ਮੈਨੂੰ ਚਾਨਣ ਚ ਲਿਆ ਸਕਦਾ ਹੈ, ਜੋ ਮੇਰੇ ਹਾਲਾਤ ਨੂੰ ਬਦਲ ਸਕਦਾ ਹੈ। ਉਹਨੂੰ ਪਤਾ ਹੈ ਰੋਟੀ ਕੱਪੜਾ ਰੁਪਈਆ ਪੈਸਾ ਧੇਲਾ ਦੇਣ ਵਾਲੇ ਬਹੁਤ ਆਉਂਦੇ ਰਹਿਣੇ, ਪਰ ਅੱਜ ਇੱਥੋਂ ਯੀਸ਼ੂ ਮਸੀਹ ਲੰਘ ਰਿਹਾ। ਜੇ ਯੀਸ਼ੂ ਮਸੀਹ ਇੱਥੋਂ ਲੰਘ ਗਿਆ ਤੇ ਮੈਂ ਫਿਰ ਇੱਥੇ ਭੀਖ ਹੀ ਮੰਗਦੇ ਰਹਿ ਜਾਣਾ। ਪ੍ਰਭੂ ਦੇ ਪਿਆਰਿਓ, ਉਸਨੇ ਯੀਸ਼ੂ ਨੂੰ ਜਾਣ ਲਿਆ, ਉਸਨੇ ਯੀਸ਼ੂ ਨੂੰ ਪਹਿਚਾਨ ਲਿਆ। ਕੌਣ ਹੈ ਯੀਸ਼ੂ? ਯੀਸ਼ੂ ਮਸੀਹ ਕੋਈ ਗੁਰੂ, ਪੀਰ, ਰਿਸ਼ੀ, ਮੁਨੀ, ਅਵਤਾਰ ਜਾਂ ਕੋਈ ਦੇਵੀ ਦੇਵਤਾ ਨਹੀਂ ਹੈ। ਪ੍ਰਭੂ ਯੀਸ਼ੂ ਮਸੀਹ ਮਨੁੱਖ ਦੇ ਲਈ ਇੱਕ ਉਦਾਰਕਰਤਾ ਦੇ ਰੂਪ ਵਿੱਚ ਪੈਦਾ ਹੋਇਆ ਹੈ। ਪ੍ਰਭੂ ਯੀਸ਼ੂ ਮਸੀਹ ਮਨੁੱਖ ਨੂੰ ਉਹਦੇ ਪਾਪਾਂ ਤੋਂ ਮੁਕਤੀ ਦਿਵਾ ਕੇ ਮਨੁੱਖ ਨੂੰ ਰੱਬ ਦੇ ਨਾਲ ਮਿਲਾਉਣ ਦੇ ਲਈ ਸਾਡੇ ਤੇ ਪਰਮੇਸ਼ਰ ਦੇ ਵਿੱਚ ਇੱਕ ਮਿਲਾਪ ਹੈ। ਯੀਸ਼ੂ ਮਸੀਹ ਦੇ ਦੁਆਰਾ ਸਾਡੇ ਤੇ ਪਰਮੇਸ਼ਰ ਦੀ ਆਸ਼ੀਸ਼ ਆਉਂਦੀ ਹੈ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਰਾਹ, ਸੱਚ ਤੇ ਜ਼ਿੰਦਗੀ ਮੈਂ ਹਾਂ ਔਰ ਮੇਰੇ ਵਸੀਲੇ ਬਾਅਦ ਕੋਈ ਵੀ ਪਿਤਾ ਦੇ ਕੋਲ ਨਹੀਂ ਆ ਸਕਦਾ ਹੈ। ਕੋਈ ਵੀ ਡਾਇਰੈਕਟਲੀ ਪਿਤਾ ਪਰਮੇਸ਼ਰ ਦੇ ਨਾਲ ਨਹੀਂ ਮਿਲ ਸਕਦਾ ਹੈ, ਕਿਉਂਕਿ ਯੀਸ਼ੂ ਮਸੀਹ ਦੇ ਦੁਆਰਾ ਸਾਨੂੰ ਸਾਡਿਆਂ ਪਾਪਾਂ ਤੋਂ ਮਾਫੀ ਮਿਲੀ ਹੈ ਔਰ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਹੀ ਸਾਡਿਆਂ ਪਾਪਾਂ ਤੋਂ ਛੁਟਕਾਰਾ ਹੋਇਆ ਹੈ ਔਰ ਸਾਡੇ ਪਿਤਾ ਪਰਮੇਸ਼ਰ ਦੇ ਨਾਲ ਮਿਲਾਪ ਹੋਇਆ ਹੈ, ਕਿਉਂਕਿ ਉਹ ਸਾਡਾ ਮਿਲਾਪ ਹੈ। ਪ੍ਰਭੂ ਦੇ ਪਿਆਰਿਓ, ਇਸ ਅੰਨੇ ਵਿਅਕਤੀ ਨੇ ਇਸ ਗੱਲ ਨੂੰ ਜਾਣ ਲਿਆ। ਯੀਸ਼ੂ ਹੀ ਹੈ ਜੋ
ਅੰਧਕਾਰ ਦੇ ਵਿੱਚੋਂ ਮੈਨੂੰ ਚਾਨਣ 'ਚ ਲਿਆ ਸਕਦਾ ਹੈ। ਯੀਸ਼ੂ ਹੀ ਹੈ ਜੋ ਮੈਨੂੰ ਇਸ ਤੋਂ ਹਨੇਰੇ ਦੇ ਵਿੱਚੋਂ ਕੱਢ ਕੇ ਮੇਰੇ ਹਾਲਾਤ ਨੂੰ ਬਦਲ ਸਕਦਾ ਹੈ। ਔਰ ਇਸ ਜਗ੍ਹਾ ਤੇ ਲਿਖਿਆ ਹੈ, ਯੀਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਉਹਨੂੰ ਮੇਰੇ ਕੋਲ ਸੱਦ ਲਿਆਓ। ਜਦ ਉਸ ਨੂੰ ਜਾ ਕੇ ਕਿਹਾ ਗਿਆ ਭਾਈ ਗੁਰੂ ਤੈਨੂੰ ਬੁਲਾਉਂਦਾ ਹੈ, ਉਹ ਝੱਟ ਉੱਠਿਆ ਹੈ। ਉਹਨੇ ਦੇਰ ਨਹੀਂ ਕੀਤੀ ਹੈ, ਝੱਟ ਉੱਠਿਆ ਹੈ। ਉਹਨੇ ਝੱਟ ਉੱਠਿਆ ਤੇ ਉਹਨੇ ਆਪਣਾ ਲੀੜਾ ਉੱਥੇ ਹੀ ਸੁੱਟ ਦਿੱਤਾ ਹੈ। ਝੱਟ ਉੱਠ ਕੇ ਪ੍ਰਭੂ ਯੀਸ਼ੂ ਦੇ ਕੋਲ ਆਇਆ ਹੈ। ਯੀਸ਼ੂ ਦੇ ਕੋਲ ਆਇਆ ਹੈ। ਯੀਸ਼ੂ ਜੀ ਨੇ ਪੁੱਛਿਆ, ਤੂੰ ਕੀ ਚਾਹੁੰਦਾ ਮੈਂ ਤੇਰੇ ਲਈ ਕਰਾਂ? ਉਸਨੇ ਕਿਹਾ, ਪ੍ਰਭੂ ਜੀ ਮੈਂ ਚਾਹੁੰਦਾ ਹਾਂ ਕਿ ਮੈਂ ਸਜਾਖਾ ਹੋ ਜਾਵਾਂ। ਦੇਖੋ ਕਿੰਨਾ ਵੱਡਾ ਵਿਸ਼ਵਾਸ ਉਹਦਾ। ਉਹ ਵੇਖਣਾ ਚਾਹੁੰਦਾ ਹੈ, ਉਹ ਯੀਸ਼ੂ ਮਸੀਹ ਨੂੰ ਵੇਖਣਾ ਚਾਹੁੰਦਾ ਹੈ। ਉਹ ਹਨੇਰੇ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੈ, ਉਹ ਚਾਨਣ ਨੂੰ ਵੇਖਣਾ ਚਾਹੁੰਦਾ ਹੈ। ਯੀਸ਼ੂ ਨੇ ਕਿਹਾ, ਤੇਰੇ ਵਿਸ਼ਵਾਸ ਨੇ ਤੈਨੂੰ ਬਚਾਇਆ ਹੈ। ਉਸੇ ਘੜੀ ਉਹਦੀਆਂ ਅੱਖਾਂ ਤੋਂ ਛਿਲਕੇ ਡਿੱਗ ਪਏ, ਹਨੇਰਾ ਜਾਂਦਾ ਰਿਹਾ ਅਤੇ ਉਹ ਚੰਗਾ ਹੋ ਗਿਆ, ਉਹਦੇ ਹਾਲਾਤ ਬਦਲ ਗਏ। ਪ੍ਰਭੂ ਦੇ ਪਿਆਰਿਓ, ਅੱਜ ਸਾਨੂੰ ਇਸ ਵਚਨ ਤੋਂ ਸਿੱਖਣਾ ਚਾਹੀਦਾ ਹੈ। ਭਾਈ ਪ੍ਰਭੂ ਯੀਸ਼ੂ ਮਸੀਹ ਇਸ ਸੰਸਾਰ ਦੇ ਵਿੱਚ ਮੇਰੇ ਲਈ ਤੇ ਤੁਹਾਡੇ ਲਈ ਆਏ ਹਨ। ਸੁਣੀਏ ਧਿਆਨ ਦੇ ਨਾਲ। ਉਹ ਵਿਅਕਤੀ ਸੜਕ ਦੇ ਕੰਢੇ ਬੈਠਾ ਭੀਖ ਮੰਗਦਾ ਸੀ। ਯੀਸ਼ੂ ਮਸੀਹ ਉੱਥੋਂ ਦੀ ਕੀ ਕਰ ਰਿਹਾ ਸੀਗਾ? ਲੰਘ ਰਿਹਾ ਸੀ। ਤੁਹਾਨੂੰ ਪਤਾ ਹੈ, ਅੱਜ ਮੇਰੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਲੰਘਦਾ ਜਾ ਰਿਹਾ ਹੈ। ਕੀ ਲੰਘਦਾ ਜਾ ਰਿਹਾ ਹੈ? ਸਮਾਂ ਲੰਘਦਾ ਜਾ ਰਿਹਾ ਹੈ। ਜੇ ਸਮਾਂ ਲੰਘ ਗਿਆ ਤੇ ਵਾਪਸ ਨਹੀਂ ਆਵੇਗਾ। ਖੁਦਾਵੰਦ ਦੇ ਕਲਾਮ 'ਚ ਲਿਖਿਆ, ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ। ਸਮੇਂ ਨੂੰ ਨਾ ਆਪਣੇ ਵਾਸਤੇ ਲਾਹੇਵੰਦ ਬਣਾਉਣਾ ਚਾਹੀਦਾ ਹੈ। ਅੱਜ ਸਾਨੂੰ ਸਮੇਂ ਨੂੰ ਪਛਾਣਨ ਦੀ ਜ਼ਰੂਰਤ ਹੈ। ਜੇ ਵੇਲਾ ਲੰਘ ਗਿਆ ਤਾਂ ਫਿਰ ਵੇਲਾ ਦੁਬਾਰਾ ਹੱਥ ਨਹੀਂ ਆਉਂਦਾ ਹੈ। ਖੁਦਾਵੰਦ ਦੇ ਕਲਾਮ 'ਚ ਲਿਖਿਆ, ਅੱਜ ਜੇ ਤੁਸੀਂ ਉਹਦੀ ਆਵਾਜ਼ ਨੂੰ ਸੁਣੋ ਤਾਂ ਆਪਣੇ ਮਨਾਂ ਨੂੰ ਕਠੋਰ ਨਾ ਕਰੋ। ਅੱਜ ਹੀ ਮੁਕਤੀ ਦਾ ਸਮਾਂ ਹੈ, ਅੱਜ ਹੀ ਨਿਜਾਤ ਦਾ ਸਮਾਂ ਹੈ। ਸੋ ਅੱਜ ਹੀ ਸਾਨੂੰ ਹਨੇਰੇ ਦੇ ਕੰਮਾਂ ਤੋਂ, ਹਨੇਰੇ ਦੀਆਂ ਗੱਲਾਂ ਤੋਂ ਅਤੇ ਹਰ ਤਰ੍ਹਾਂ ਦੇ ਅੰਧਕਾਰ ਤੋਂ ਚਾਨਣ ਦੇ ਵਿੱਚ ਲਿਆਉਣ ਦੇ ਲਈ ਪ੍ਰਭੂ ਯੀਸ਼ੂ ਮਸੀਹ ਸਾਡੇ ਕੋਲ ਹੈ। ਉਹ ਸਾਨੂੰ ਅੰਧਕਾਰ ਦੇ ਵਿੱਚੋਂ ਕੱਢਣਾ ਚਾਹੁੰਦਾ ਹੈ ਕਿ ਅੱਜ ਅਸੀਂ ਉਸ ਤਿਮਈ ਦੇ ਪੁੱਤਰ ਬਰਤਨਮਈ, ਜਿਹੜਾ ਅੱਖਾਂ ਤੋਂ ਅੰਨਾ ਸੀਗਾ, ਅਕਲ ਦਾ ਅੰਨਾ ਨਹੀਂ ਸੀਗਾ, ਕਿਤੇ ਇੱਦਾਂ ਤਾਂ ਨਹੀਂ ਪਈ ਅਸੀਂ ਅੱਖਾਂ ਤੋਂ ਸਜਾਖੇ ਹੋ ਕੇ ਤੇ ਅਕਲ ਦੇ ਅੰਨੇ ਬਣ ਜਾਈਏ। ਜੇ ਅੱਜ ਅਸੀਂ ਸਮੇਂ ਨੂੰ ਪਹਿਚਾਣ ਨਾ ਕੀਤੀ ਤਾਂ ਫਿਰ ਇਹੋ ਕਿਹਾ ਜਾਵੇਗਾ। ਸੋ ਅੱਜ ਹੀ ਮੁਕਤੀ ਦਾ ਸਮਾਂ ਹੈ। ਰਸੂਲਾਂ ਦੇ ਕਿਤਾਬ 4 ਬਾਬ ਦੀ 12 ਵਿੱਚ ਲਿਖਿਆ ਹੈ, ਅਸਮਾਨ ਦੇ ਥੱਲੇ ਤੇ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਹੈ ਜਿਸ ਤੋਂ ਅਸੀਂ ਬਚਾਏ ਜਾਣਾ ਹੈ। ਇੱਕੋ ਨਾਮ ਦਿੱਤਾ ਗਿਆ ਹੈ ਜਿਹੜਾ ਮੁਕਤੀ ਦਾ ਨਾਮ ਹੈ, ਔਰ ਕਿਸੇ ਦੂਏ ਤੋਂ ਮੁਕਤੀ ਨਹੀਂ। ਪਾਪਾਂ ਤੋਂ ਮੁਕਤੀ ਕੇਵਲ ਪ੍ਰਭੂ ਯੀਸ਼ੂ ਮਸੀਹ ਜੀ ਦੇ ਦੁਆਰਾ ਮਿਲਦੀ ਹੈ। ਔਰ ਜਦੋਂ ਇਨਸਾਨ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰ ਲੈਂਦਾ ਹੈ, ਉਹਦੇ ਪਾਪ ਮਾਫ ਹੋ ਜਾਂਦੇ ਆ। ਔਰ ਜਦੋਂ ਪਾਪ ਮਾਫ ਹੋ ਜਾਂਦੇ ਆ ਤੇ ਫਿਰ ਸਜ਼ਾਵਾਂ ਮੁੱਕ ਜਾਂਦੀਆਂ ਨੇ। ਫਿਰ ਜਿਹੜੇ ਸਰਾਪ ਜਿਹੜੇ ਪਏ ਆ, ਦੇਖੋ ਬਹੁਤ ਵਾਰੀ ਅਸੀਂ ਦੇਖਦੇ ਹਾਂ ਕਈਆਂ ਲੋਕਾਂ ਦੇ ਉੱਤੇ ਕਈ ਇਹੋ ਜਿਹੇ ਸਰਾਪ ਪਏ ਹੁੰਦੇ ਜਿਹੜੇ ਕਈ ਪੀੜ੍ਹੀਆਂ ਤੋਂ ਚੱਲਦੇ ਆ ਰਹੇ ਨੇ, ਪੀੜ੍ਹੀ ਦਰ ਪੀੜ੍ਹੀ। ਪਿਓ ਦਾਦਿਆਂ ਦੀ ਸਜ਼ਾ ਜਿਹੜੀ ਹੈ ਬੱਚਿਆਂ ਉੱਤੇ ਕਈ ਵਾਰੀ ਆਉਂਦੀ ਹੈ। ਕਈਆਂ ਲੋਕਾਂ ਦੀ ਪੀੜ੍ਹੀ ਦਰ ਪੀੜ੍ਹੀ ਕੋਈ ਬਿਮਾਰੀ, ਪੀੜ੍ਹੀ ਦਰ ਪੀੜ੍ਹੀ ਕੋਈ ਬਵਾ, ਪੀੜ੍ਹੀ ਦਰ ਪੀੜ੍ਹੀ ਕੋਈ ਸਜ਼ਾ ਜਿਹੜੀ ਹੈ ਉਹਨਾਂ ਨੂੰ ਛੱਡਦੀ ਨਹੀਂ। ਪ੍ਰਭੂ ਦੇ ਪਿਆਰਿਓ, ਪ੍ਰਭੂ ਯੀਸ਼ੂ ਮਸੀਹ ਹਰ ਇਨਸਾਨ ਨੂੰ ਉਹਦੇ ਹਰ ਤਰ੍ਹਾਂ ਦੇ ਪਾਪਾਂ ਤੋਂ ਆਜ਼ਾਦ ਕਰਾਉਣ ਦੇ ਲਈ ਅਤੇ ਹਰ ਤਰ੍ਹਾਂ ਦੇ ਸਰਾਪ ਤੋਂ ਛਡਾਉਣ ਦੇ ਲਈ ਅਤੇ ਹਰ ਤਰ੍ਹਾਂ ਦੀ ਸਜ਼ਾਵਾਂ ਤੋਂ ਬਚਾਉਣ ਦੇ ਲਈ ਆਇਆ ਹੈ। ਕਿ ਤੁਸੀਂ ਅੱਜ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰਨਾ ਚਾਹੁੰਦੇ ਹੋ? ਕਿ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਚਾਨਣ ਵਿੱਚ ਲੈ ਕੇ ਆਵੇ? ਤਾਂ ਉਹ ਆਪਣੇ ਸਿਰਾਂ ਵਿੱਚ ਝੁਕਾਈ ਅੱਖਾਂ ਨੂੰ ਬੰਦ ਕਰੀਏ। ਮੈਂ ਛੋਟੀ ਦੁਆ ਕਰਾਂਗਾ।
दयालु कृपालु महान अनुग्रहकारी परमेश्वर, दुआ मंगते प्रभु जी अज के पवित्र वचन के लिए, जो अज का पवित्र वचन आप जी ने सानू दिता है। जिन्हें मेरे भैन भरा खुदा दे इस वचन को सुन सबना नू आशीष ते बरकत देनी। जो लोग मुक्ति पाए हुए लोग ने, जो इस वचन को अगे शेयर करन, उन्होंने भी आशीष देनी। और दयालु परमेश्वर, जो लोग अजे तिकर पाप की गुलामी दे विच ने और किसी तरह के पाप के कारण शराब के थले ने या किसी तरह की सजावां के हेठ ने, अज जो लोग प्रभु यीशु मसीह को अपना मुक्तिदाता ग्रहण कर, हर तरह के पाप शराब उन्होंने जिंदगी चो, शरीर चो, घर चो, परिवार दे विचों खुदा यीशु मसीह नासरी के नाम से टुट जाए। प्रभु यीशु के समर्थी नाम एक एक दे पैर की तली तो लैके सिर के वालों तक, हड्डी मास लहू के जरूर जिसम जान च प्रभु यीशु के समर्थी नाम छुटकारे, तंदुरुस्ती, चंगियाई और बरकत की घोषणा करते। ये दुआ प्रभु यीशु के नाम च मंगते। आमीन। सारे जय मसीह दी। परमेश्वर सबको आशीष देवे। हालेलुया।